ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਭਾਗ ਪਹਿਲੇ ਦੀ ਜਿੱਥੇ ਆਪਾਂ ਸਮਾਪਤੀ ਕੀਤੀ ਸੀ ਉੱਥੋਂ ਹੀ ਆਪਾਂ ਭਾਗ 2 ਦੀ ਸ਼ੁਰੂਆਤ ਕਰਾਂਗੇ। ਇਸ ਤੋਂ ਬਾਅਦ ਹਮਾਯੂ ਜੰਗ ਦੇ ਮੈਦਾਨ ਵਿੱਚੋਂ ਭੱਜਦਾ ਭੱਜਦਾ ਮਿਲਦਾ ਹੈ ਦੂਸਰੇ ਸਿੱਖ ਗੁਰੂ ਅੰਗਦ ਦੇਵ ਜੀ ਨੂੰ। ਇਸ ਮਿਲਣੀ ਤੋਂ ਬਾਅਦ ਹਮਾਯੂ ਆਪਣਾ ਰੁਖ ਕਰਦਾ ਹੈ ਈਰਾਨ ਵੱਲ। ਈਰਾਨ ਦਾ ਰਾਜਾ ਉਸ ਸਮੇਂ ਜੋ ਸੀ ਰਾਜਾ ਸ਼ਾਹ ਤਮਸਤ, ਜੋ ਕਿ ਉਸਦੀ ਬਹੁਤ ਜ਼ਿਆਦਾ ਮਦਦ ਕਰਦਾ ਹੈ। ਉੱਥੇ ਰਹਿ ਕੇ ਹਮਾਯੂ ਆਪਣੀ ਫੌਜ ਨੂੰ ਹੋਰ ਤਕੜਾ ਕਰਦਾ ਹੈ। ਤਕੜਾ ਕਿਸ ਦੇ ਵਿਰੁੱਧ ਕਰਦਾ ਹੈ? ਸ਼ੇਰ ਸ਼ਾਹ ਸੂਰੀ ਦੇ ਵਿਰੁੱਧ। ਆਪਣੀ ਫੌਜ ਨੂੰ ਤਕੜਾ ਕਰਨ ਤੋਂ ਬਾਅਦ ਹਮਾਯੂ ਭਾਰਤ 'ਤੇ ਦੂਜੀ ਵਾਰ ਹਮਲਾ ਕਰਦਾ ਹੈ ਅਤੇ ਆਪਣਾ ਰਾਜ ਭਾਗ ਦੁਬਾਰਾ ਤੋਂ ਕਾਇਮ ਕਰਦਾ ਹੈ। ਫਿਰ ਹਮਾਯੂ ਉਹ ਹੀਰਾ ਜਿਸ ਨੂੰ ਬਾਬਰ ਦਾ ਹੀਰਾ ਕਹਿੰਦੇ ਸੀ, ਜਿਸ ਨੇ ਅੱਗੇ ਜਾ ਕੇ ਕੋਹੀਨੂਰ ਹੀਰਾ ਬਣਨਾ ਸੀ, ਉਹ ਹਮਾਯੂ ਆਪਣੇ ਦੋਸਤ ਜਾਣੀ ਕਿ ਈਰਾਨ ਦੇ ਰਾਜੇ ਸ਼ਾਹ ਤਮਸਤ ਨੂੰ ਤੋਹਫੇ ਦੇ ਤੌਰ 'ਤੇ ਦੇ ਆਉਂਦਾ ਹੈ ਕਿ ਤੁਸੀਂ ਮੇਰੀ ਬਹੁਤ ਮਦਦ ਕੀਤੀ ਹੈ, ਇਸ ਲਈ ਇਹ ਮੈਂ ਤੁਹਾਨੂੰ ਤੋਹਫੇ ਵਜੋਂ ਦੇਣਾ ਚਾਹੁੰਦਾ। ਇਹ ਪਹਿਲੀ ਵਾਰ ਸੀ ਕਿ ਇਹ ਹੀਰਾ ਭਾਰਤ ਤੋਂ ਬਾਹਰ ਗਿਆ ਹੋਵੇ, ਪਰ ਹੀਰੇ ਦੀ ਕਿਸਮਤ ਵਿੱਚ ਭਾਰਤ ਦੀ ਮਿੱਟੀ ਲਿਖੀ ਸੀ। ਈਰਾਨ ਦਾ ਰਾਜਾ ਸ਼ਾਹ ਤਮਸਤ ਕੁਝ ਸਮੇਂ ਬਾਅਦ ਇਹ ਫੈਸਲਾ ਕਰਦਾ ਹੈ ਕਿ ਉਹ ਇਸ ਹੀਰੇ ਨੂੰ ਦੱਖਣ ਵਿੱਚ ਅਹਿਮਦਨਗਰ ਦੇ ਸੁਲਤਾਨ ਨੂੰ ਤੋਹਫੇ ਵਜੋਂ ਭੇਜਣਾ ਚਾਹੁੰਦਾ ਹੈ, ਕਿਉਂਕਿ ਉਸ ਸਮੇਂ ਸ਼ੀਆ ਅਤੇ ਸੁੰਨੀਆਂ ਦਾ ਕਾਫੀ ਕਲੇਸ਼ ਚੱਲ ਰਿਹਾ ਸੀ। ਈਰਾਨ ਦਾ ਬਾਦਸ਼ਾਹ ਸ਼ਾਹ ਤਮਸਤ ਅਹਿਮਦਨਗਰ ਦੇ ਸੁਲਤਾਨ ਨਾਲ ਦੋਸਤੀ ਕਰਨਾ ਚਾਹੁੰਦਾ ਸੀ, ਇਸ ਲਈ ਈਰਾਨ ਦਾ ਬਾਦਸ਼ਾਹ ਤਮਸਤ ਇਹ ਬੇਸ਼ਕੀਮਤੀ ਹੀਰਾ ਸੁਲਤਾਨ ਨੂੰ ਤੋਹਫੇ ਵਜੋਂ ਭੇਜਣ ਦਾ ਫੈਸਲਾ ਕਰਦਾ ਹੈ। ਹੁਣ ਜਦੋਂ ਇਹ ਫੈਸਲਾ ਕਰ ਲਿਆ ਜਾਂਦਾ ਹੈ, ਇੱਕ ਸਿਪਾਹੀ ਜਾਂ ਦੂਤ ਦੀ ਚੋਣ ਕੀਤੀ ਜਾਂਦੀ ਹੈ ਜੋ ਇਸ ਬੇਸ਼ਕੀਮਤੀ ਹੀਰੇ ਨੂੰ ਈਰਾਨ ਤੋਂ ਭਾਰਤ ਲੈ ਕੇ ਆਵੇਗਾ। ਇਸ ਤੋਂ ਬਾਅਦ ਜਦੋਂ ਇੱਕ ਦੂਤ ਚੁਣ ਲਿਆ ਜਾਂਦਾ ਹੈ ਅਤੇ ਰਸਤੇ ਵਿੱਚੋਂ ਹੀ ਉਹ ਦੂਤ ਗਾਇਬ ਹੋ ਜਾਂਦਾ ਹੈ ਅਤੇ ਨਾਲ ਹੀ ਉਸਦੇ ਇਹ ਬਾਬਰੀ ਹੀਰਾ। ਫਿਰ 100 ਸਾਲ ਤੱਕ ਇਹ ਹੀਰਾ ਗਾਇਬ ਰਹਿੰਦਾ ਹੈ। ਇਸ ਤੋਂ ਬਾਅਦ ਇਹ ਹੀਰਾ ਲੋਕਾਂ ਦੇ ਦਿਮਾਗ ਵਿੱਚੋਂ ਨਿਕਲ ਚੁੱਕਾ ਸੀ। ਇਸ ਬਾਬਰੀ ਹੀਰੇ ਨਾਲ ਜੁੜਿਆ ਹੋਇਆ ਹਰ ਵਿਅਕਤੀ ਦੁਨੀਆ ਛੱਡ ਚੁੱਕਾ ਸੀ ਅਤੇ ਲੋਕਾਂ ਦੇ ਜ਼ਿਹਨ ਵਿੱਚੋਂ ਵੀ ਇਹ ਹੀਰਾ ਨਿਕਲ ਚੁੱਕਾ ਸੀ। ਫਿਰ ਇਸ ਤੋਂ 100 ਸਾਲ ਬਾਅਦ ਭਾਰਤ ਦੇ ਕਰਨਾਟਕ ਵਿੱਚ ਕਿਸੇ ਵਪਾਰੀ ਕੋਲ ਇਹ ਹੀਰਾ ਦੇਖਿਆ ਜਾਂਦਾ ਹੈ, ਜੋ ਕਿ ਹੀਰਿਆਂ ਦਾ ਬਹੁਤ ਵੱਡਾ ਕਾਰੋਬਾਰੀ ਹੁੰਦਾ ਹੈ ਅਤੇ ਜਿਸ ਦਾ ਨਾਮ ਹੁੰਦਾ ਹੈ ਮੀਰ ਜੁਮਲਾ। ਤਕਰੀਬਨ 100 ਸਾਲ ਦੇ ਬਾਅਦ ਇਹ ਹੀਰਾ ਭਾਰਤ ਦੇ ਕਰਨਾਟਕ ਵਿੱਚ ਦੇਖਿਆ ਜਾਂਦਾ ਹੈ ਕਿਸੇ ਹੀਰਿਆਂ ਦੇ ਵਪਾਰੀ ਕੋਲ। ਜਿਹੜਾ ਮੀਰ ਜੁਮਲਾ ਸੀ ਇਹ ਖੁਦ ਵੀ ਈਰਾਨ ਦੇ ਨਾਲ ਸੰਬੰਧਿਤ ਸੀ। ਮੀਰ ਜੁਮਲਾ ਈਰਾਨ ਨਾਲ ਸੰਬੰਧ ਰੱਖਦਾ ਸੀ। ਇਸ ਦਾ ਕਰਨਾਟਕ ਵਿੱਚ ਬਹੁਤ ਵੱਡਾ ਕਾਰੋਬਾਰ ਸੀ ਅਤੇ ਕਾਫੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਇਹ। ਇਸ ਤੋਂ ਬਾਅਦ ਮੀਰ ਜੁਮਲੇ ਦੀ ਘੁੰਡੀ ਕਰਨਾਟਕ ਦੇ ਰਾਜੇ ਅਤੇ ਉੱਥੋਂ ਦੇ ਵਪਾਰੀਆਂ ਨਾਲ ਫਸੀ। ਇਸ ਜਗ੍ਹਾ 'ਤੇ ਮੀਰ ਜੁਮਲੇ ਨੂੰ ਇਹ ਡਰ ਲੱਗਣ ਲੱਗਾ ਕਿ ਕਰਨਾਟਕ ਦੇ ਰਾਜੇ ਅਤੇ ਵਪਾਰੀ ਉਸਦਾ ਕਾਰੋਬਾਰ ਦੱਬਣਗੇ, ਅਤੇ ਦੂਜੇ ਪਾਸੇ ਕਰਨਾਟਕ ਦੇ ਵਪਾਰੀਆਂ ਨੂੰ ਵੀ ਇਹ ਡਰ ਸੀ ਕਿ ਇਹ ਵੱਡਾ ਬੰਦਾ ਜੋ ਕਿ ਪ੍ਰਤੀ ਦਿਨ ਵੱਡਾ ਕਾਰੋਬਾਰੀ, ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਬਣਦਾ ਜਾ ਰਿਹਾ ਹੈ, ਕਿਤੇ ਸਾਨੂੰ ਨੁਕਸਾਨ ਨਾ ਪਹੁੰਚਾਵੇ। ਫਿਰ ਇਹ ਸਭ ਦੇਖਦਿਆਂ ਮੀਰ ਜੁਮਲਾ ਇੱਥੇ ਇੱਕ ਫੈਸਲਾ ਕਰਦਾ ਹੈ ਕਿ ਇਸ ਤੋਂ ਪਹਿਲਾਂ ਕਰਨਾਟਕ ਦੇ ਲੋਕ ਉਸ ਨੂੰ ਨੁਕਸਾਨ ਪਹੁੰਚਾਉਣ, ਕਿਉਂ ਨਾ ਇਸ ਤੋਂ ਪਹਿਲਾਂ ਉਹ ਆਪਣੇ ਆਕਾ ਨੂੰ ਮਿਲ ਆਵੇ। ਇਸ ਤੋਂ ਬਾਅਦ ਮੀਰ ਜੁਮਲਾ ਕਰਨਾਟਕਾ ਤੋਂ ਦਿੱਲੀ ਨੂੰ ਚੱਲਦਾ ਹੈ ਮੁਗਲ ਬਾਦਸ਼ਾਹ ਸ਼ਾਹਜਹਾਨ ਨੂੰ ਮਿਲਣ ਲਈ। ਸ਼ਾਹਜਹਾਨ ਨੂੰ ਮਿਲਣ ਟਾਈਮ ਮੀਰ ਜੁਮਲਾ ਉਸ ਨੂੰ ਉਹ ਬੇਸ਼ਕੀਮਤੀ ਹੀਰਾ ਤੋਹਫੇ ਦੇ ਤੌਰ 'ਤੇ ਦੇ ਦਿੰਦਾ ਹੈ। ਉਹ ਇੱਥੇ ਹੀਰੇ ਦੀ ਕਿਸਮਤ ਦੇਖੋ ਕਿਵੇਂ ਘੁੰਮਦੀ ਹੈ। ਪਹਿਲਾਂ ਗੋਲਕੁੰਡਾ, ਫਿਰ ਦਿੱਲੀ, ਫਿਰ ਬਾਅਦ 'ਚ ਈਰਾਨ, ਉੱਥੋਂ ਗਾਇਬ ਹੋ ਕੇ ਫਿਰ ਕਰਨਾਟਕਾ ਅਤੇ ਉਸ ਤੋਂ ਬਾਅਦ ਫਿਰ ਦਿੱਲੀ। ਇਸ ਤੋਂ ਬਾਅਦ ਜਦੋਂ ਮੁਗਲ ਦਰਬਾਰ ਵਿੱਚ ਇਹ ਰੌਲਾ ਪੈਂਦਾ ਹੈ ਕਿ ਇਹ ਕੋਈ ਵੱਡਾ ਹੀਰਾ ਹੈ, ਮੁਗਲਾਂ ਕੋਲ ਪਹਿਲਾਂ ਵੀ ਬਹੁਤ ਸਾਰੇ ਹੀਰੇ ਸਨ ਪਰ ਇਹ ਉਹਨਾਂ ਲਈ ਸਭ ਤੋਂ ਅਲੱਗ ਸੀ। ਮੁਗਲਾਂ ਨੂੰ ਹੀਰਿਆਂ ਦਾ ਸ਼ੌਂਕ ਸੀ, ਉਹਨਾਂ ਕੋਲ ਕਾਫੀ ਤਰ੍ਹਾਂ ਦੇ ਹੀਰੇ ਸੀ, ਹਰਾ, ਲਾਲ, ਨੀਲਾ, ਇੱਕ ਉਹਨਾਂ ਕੋਲ ਰੂਬੀ ਹੀਰਾ ਸੀ। ਇੱਥੇ ਇਤਿਹਾਸਕਾਰ ਦੋ ਮੱਤ ਰੱਖਦੇ ਹਨ। ਕਈ ਕਹਿੰਦੇ ਹਨ ਕਿ ਮੀਰ ਜੁਮਲੇ ਵਾਲਾ ਹੀਰਾ ਕੋਈ ਹੋਰ ਹੈ, ਉਹੀ ਹੀਰਾ ਗੁੰਮ ਹੋਣ ਤੋਂ ਬਾਅਦ ਮਿਲਿਆ ਹੀ ਨਹੀਂ। ਦੂਜੇ ਕਹਿੰਦੇ ਹਨ
ਕਿ ਉਹੀ ਹੀਰਾ ਹੈ ਜੋ ਗੁੰਮਿਆ ਸੀ, ਜਿਹੜਾ ਬਾਬਰ ਦਾ ਬੇਸ਼ਕੀਮਤੀ ਹੀਰਾ ਹੈ। ਇਸ ਤੋਂ ਬਾਅਦ ਸ਼ਾਹਜਹਾਨ ਦੀ ਮੌਤ ਹੁੰਦੀ ਹੈ ਤੇ ਇਹ ਹੀਰਾ ਪਹੁੰਚਦਾ ਹੈ ਔਰੰਗਜ਼ੇਬ ਕੋਲ। ਉਹ ਇਸ ਹੀਰੇ ਨੂੰ ਹੋਰ ਚਮਕਾਉਣਾ ਚਾਹੁੰਦਾ ਸੀ, ਜਾਣੀ ਕਿ ਔਰੰਗਜ਼ੇਬ ਇਸ ਨੂੰ ਤਰਾਸ਼ਣਾ ਚਾਹੁੰਦਾ ਸੀ। ਔਰੰਗਜ਼ੇਬ ਦਿੱਲੀ ਦਰਬਾਰ ਦਾ ਬਾਦਸ਼ਾਹ ਸੀ, ਉਹ ਇਸ ਹੀਰੇ ਨੂੰ ਹੋਰ ਤਰਾਸ਼ਣਾ ਚਾਹੁੰਦਾ ਸੀ। ਉਹ ਹੀਰਿਆਂ ਦੇ ਐਕਸਪਰਟ ਨੂੰ ਬੁਲਾਉਂਦਾ ਹੈ, ਹੌਟਨ ਬੋਰਜੀਆ ਨੂੰ ਬੁਲਾਉਂਦਾ ਹੈ ਬਾਹਰਲੇ ਮੁਲਕ ਤੋਂ। ਬੋਰਜੀਆ ਜਦੋਂ ਉਸ ਬੇਸ਼ਕੀਮਤੀ ਹੀਰੇ ਨੂੰ ਤਰਾਸ਼ ਰਿਹਾ ਹੁੰਦਾ ਹੈ ਤਾਂ ਉਸ ਕੋਲੋਂ ਉਹ ਹੀਰਾ ਟੁੱਟ ਜਾਂਦਾ ਹੈ ਤੇ ਉਹ ਬਹੁਤ ਡਰ ਜਾਂਦਾ ਹੈ। ਬੋਰਜੀਆ ਇੱਥੇ ਇੱਕ ਚਲਾਕੀ ਕਰਦਾ ਹੈ, ਉਹ ਟੁੱਟੇ ਹੋਏ ਹੀਰੇ ਨੂੰ ਤਰਾਸ਼ ਕੇ ਔਰੰਗਜ਼ੇਬ ਕੋਲ ਲੈ ਜਾਂਦਾ ਹੈ। ਜਿਹੜਾ ਇੱਕ ਹੀਰੇ ਦਾ ਟੁੱਟਿਆ ਹੋਇਆ ਪੀਸ ਸੀ ਨਾ, ਉਸ ਨੂੰ ਤਰਾਸ਼ਦਾ ਹੈ ਤੇ ਤਰਾਸ਼ ਕੇ ਔਰੰਗਜ਼ੇਬ ਕੋਲ ਲੈ ਜਾਂਦਾ ਹੈ। ਬੋਰਜੀਆ 793 ਕੈਰਟ ਦੇ ਹੀਰੇ ਨੂੰ 186 ਕੈਰਟ ਦਾ ਕਰਦਾ ਹੈ। ਔਰੰਗਜ਼ੇਬ ਨੂੰ ਵਾਪਸ ਜਦੋਂ ਕਰਦਾ ਹੈ ਤਾਂ ਉਸ ਹੀਰੇ ਦਾ ਭਾਰ ਸਿਰਫ 186 ਕੈਰਟ ਰਹਿ ਜਾਂਦਾ ਹੈ। ਜਦੋਂ ਔਰੰਗਜ਼ੇਬ ਹੀਰੇ ਨੂੰ ਦੇਖਦਾ ਹੈ ਤਾਂ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ ਹੈ। ਉਸਨੇ ਬੋਰਜੀਆ ਨੂੰ ਇਨਾਮ ਤਾਂ ਕੀ ਦੇਣਾ ਸੀ, ਉਲਟ ਉਸਨੇ ਉਸਦੀ ਜ਼ਮੀਨ ਜਾਇਦਾਦ ਦੱਬ ਲਈ ਤੇ ਬੋਰਜੀਆ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਹੁਣ ਇਸ ਬੇਸ਼ਕੀਮਤੀ ਹੀਰੇ ਤੋਂ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਹੋਣ ਦਾ ਖਿਤਾਬ ਗੁੰਮ ਹੋ ਚੁੱਕਾ ਸੀ, ਪਰ ਚਮਕ ਦੇ ਮਾਮਲੇ ਵਿੱਚ ਇਹ ਅਜੇ ਵੀ ਸਭ ਤੋਂ ਅੱਗੇ ਸੀ। ਔਰੰਗਜ਼ੇਬ ਇਸ ਨੂੰ ਤਖਤੋ ਤਾਊਸ ਦੇ ਜੁੜਵਾ ਦਿੰਦਾ ਹੈ। ਤਖਤੋ ਤਾਊਸ ਸ਼ਾਹਜਹਾਨ ਨੇ ਬਣਵਾਇਆ ਸੀ। ਤਖਤੋ ਤਾਊਸ ਬਹੁਤ ਬੇਸ਼ਕੀਮਤੀ ਸੀ। ਉਸ ਟਾਈਮ ਇਸ ਨੂੰ ਬਣਾਉਣ ਲਈ 1100 ਕਿਲੋ ਸੋਨਾ ਲੱਗਾ ਸੀ। ਉਸ ਟਾਈਮ ਤੇ ਲਗਭਗ 2 ਕਰੋੜ ਰੁਪਏ ਲੱਗੇ ਸੀ, ਜਾਣੀ ਕਿ ਉਸ ਟਾਈਮ ਦੇ 2 ਕਰੋੜ ਰੁਪਏ ਅੱਜ ਦੇ ਹਿਸਾਬ ਨਾਲ ਹਿਸਾਬ ਲਾਓ ਤੁਸੀਂ, ਜਾਣੀ ਕਿ ਤਾਜ ਮਹਿਲ ਨਾਲੋਂ ਦੁੱਗਣਾ ਖਰਚਾ ਆਇਆ ਸੀ ਤਖਤੋ ਤਾਊਸ ਨੂੰ ਬਣਾਉਣ ਲਈ। ਤਖਤੋ ਤਾਊਸ ਨੂੰ ਮਯੂਰ ਸਿੰਘਾਸਨ ਵੀ ਕਹਿੰਦੇ ਸੀ। ਇਸ ਉੱਪਰ 2 ਮੋਰ ਬਣੇ ਸੀ। ਔਰੰਗਜ਼ੇਬ ਇਸ ਹੀਰੇ ਨੂੰ ਮੋਰ ਦੀ ਅੱਖ ਵਿੱਚ ਜੜਵਾ ਦਿੰਦਾ ਹੈ। ਔਰੰਗਜ਼ੇਬ ਤੋਂ ਆਉਂਦਾ ਹੈ ਇਸ ਦਾ ਪੁੱਤਰ, ਔਰੰਗਜ਼ੇਬ ਤੋਂ ਬਾਅਦ ਆਉਂਦਾ ਇਸ ਦਾ ਪੁੱਤਰ ਬਹਾਦਰ ਸ਼ਾਹ। ਔਰੰਗਜ਼ੇਬ ਦੇ ਟਾਈਮ ਤੋਂ ਮੁਗਲ ਸਲਤਨਤ ਦੀਆਂ ਜੜ੍ਹਾਂ ਹਿੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬਹਾਦਰ ਸ਼ਾਹ ਤੋਂ ਬਾਅਦ ਥੋੜ੍ਹੇ ਟਾਈਮ ਤੱਕ ਇਹ 3-4 ਰਾਜੇ ਬਦਲਦੇ ਹਨ। ਇਸ ਤੋਂ ਬਾਅਦ ਹੁੰਦਾ ਇਹ ਹੀਰਾ ਪਹੁੰਚਦਾ ਹੈ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਕੋਲ। ਮੁਹੰਮਦ ਸ਼ਾਹ ਰੰਗੀਲਾ ਇੱਕ ਅਯਾਸ਼ ਕਿਸਮ ਦਾ ਬਾਦਸ਼ਾਹ ਸੀ, ਇਸ ਲਈ ਲੋਕ ਉਸ ਨੂੰ ਰੰਗੀਲਾ ਕਹਿੰਦੇ ਸੀ। ਹੁਣ ਇਸ ਤੋਂ ਬਾਅਦ ਉਹ ਟਾਈਮ ਬਹੁਤ ਨੇੜੇ ਸੀ ਜਦੋਂ ਹੀਰਾ ਮੁਗਲਾਂ ਹੱਥੋਂ ਜਾਣ ਵਾਲਾ ਸੀ ਤੇ ਭਾਰਤ ਤੋਂ ਦੂਰ ਹੋਣ ਵਾਲਾ ਸੀ। 18ਵੀਂ ਸਦੀ ਵਿੱਚ ਆਉਂਦਾ ਹੈ ਨਾਦਰ ਸ਼ਾਹ। ਨਾਦਰ ਸ਼ਾਹ ਆਪਣੀ 1.5 ਲੱਖ ਦੀ ਸੈਨਾ ਨਾਲ ਆਉਂਦਾ ਹੈ ਤੇ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਦੀ ਸੈਨਾ ਨੂੰ ਹਰਾ ਦਿੰਦਾ ਹੈ। ਦਿੱਲੀ ਵਿੱਚ ਤਕਰੀਬਨ 30,000 ਲੋਕਾਂ ਦਾ ਇੱਕ ਦਿਨ ਵਿੱਚ ਕਤਲ ਹੁੰਦਾ ਹੈ ਤੇ 90 ਕਰੋੜ ਦਾ ਖਜ਼ਾਨਾ ਲੁੱਟਦਾ ਹੈ ਨਾਦਰ ਸ਼ਾਹ। ਜਦੋਂ ਨਾਦਰ ਸ਼ਾਹ ਦਿੱਲੀ ਵਿੱਚ ਆ ਕੇ ਕਤਲੇਆਮ ਸ਼ੁਰੂ ਕਰ ਦਿੰਦਾ ਹੈ ਤਾਂ ਇੱਥੇ ਫਿਰ ਨਾਦਰ ਸ਼ਾਹ ਇਹਨਾਂ ਨਾਲ ਇੱਕ ਸੌਦਾ ਕਰਦਾ ਹੈ ਜਾਂ ਡੀਲ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੁਹਾਡਾ ਤਖਤ ਵੀ ਛੱਡ ਦਿਉ ਤੇ ਤੁਹਾਡੇ ਲੋਕਾਂ ਨੂੰ ਵੀ, ਪਰ ਮੇਰੇ ਸਾਹਮਣੇ 90 ਕਰੋੜ ਰੁਪਇਆ ਹਾਜ਼ਰ ਕਰੋ। ਫਿਰ 70 ਕਰੋੜ ਰੁਪਏ ਦੇ ਗਹਿਣੇ ਤੇ ਕਈ ਹੋਰ ਚੀਜ਼ਾਂ ਰੱਖੀਆਂ ਜਾਂਦੀਆਂ ਹਨ ਅਤੇ 20 ਕਰੋੜ ਲੋਕਾਂ ਤੋਂ ਵਸੂਲਿਆ ਜਾਂਦਾ ਹੈ। ਇਸ ਤਰ੍ਹਾਂ 90 ਕਰੋੜ ਨਾਦਰ ਸ਼ਾਹ ਨੂੰ ਪੂਰਾ ਕਰਕੇ ਦਿੱਤਾ ਜਾਂਦਾ ਹੈ। ਨਾਦਰ ਸ਼ਾਹ ਆਪਣੇ ਮੰਤਰੀਆਂ ਨਾਲ ਜਸ਼ਨ ਮਨਾ ਰਿਹਾ ਹੁੰਦਾ ਹੈ ਰਾਤ ਨੂੰ ਤੇ ਕਹਿੰਦਾ ਹੈ ਕਿ ਨਾਦਰ ਸ਼ਾਹ ਭਾਰਤ ਨੂੰ ਲੁੱਟ ਕੇ ਚੱਲਾ। ਫਿਰ ਉੱਥੇ ਦੀ ਨ੍ਰਿਤਕੀ ਕਹਿੰਦੀ ਹੈ ਕਿ ਤੁਸੀਂ ਸਭ ਤੋਂ ਬੇਸ਼ਕੀਮਤੀ ਚੀਜ਼ ਛੱਡ ਕੇ ਚੱਲੇ ਹੋ, ਜਿਹੜੀ ਕਿ ਮੁਹੰਮਦ ਸ਼ਾਹ ਰੰਗੀਲੇ ਦੇ ਕੋਲ ਹੈ। ਮੁਹੰਮਦ ਸ਼ਾਹ ਰੰਗੀਲੇ ਨੇ ਉਹ ਹੀਰਾ ਮਯੂਰ ਸਿੰਘਾਸਨ 'ਚੋਂ ਪੁੱਟ ਕੇ ਆਪਣੀ ਪੱਗ ਵਿੱਚ ਰੱਖ ਲਿਆ ਸੀ ਤੇ ਫਿਰ ਇੱਥੇ ਨਾਦਰ ਸ਼ਾਹ ਇੱਕ ਚਲਾਕੀ ਖੇਡਦਾ ਤੇ ਉਹ ਮੁਹੰਮਦ ਸ਼ਾਹ ਰੰਗੀਲੇ ਕੋਲ ਪਹੁੰਚਦਾ ਹੈ ਤੇ ਕਹਿੰਦਾ ਅੱਜ ਤੋਂ ਅਸੀਂ ਭਰਾ ਹਾਂ, ਪਰ ਸਾਡੇ ਵਿੱਚ ਪੱਗ ਵਟਾਉਣ ਦਾ ਰਿਵਾਜ ਹੈ। ਜਦੋਂ ਨਾਦਰ ਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੇ ਗਲੇ ਲੱਗਦਾ ਹੈ, ਫਿਰ ਉਸ ਦੀ ਪੱਗ ਵਿੱਚੋਂ ਹੀਰਾ ਕੱਢਦਾ ਹੈ ਤੇ ਨਾਦਰ ਸ਼ਾਹ ਉਸ ਦੀ ਚਕਾ ਚੌਂਧ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਨਾਦਰ ਸ਼ਾਹ ਹੀਰੇ ਦੀ ਚਕਾ ਚੌਂਧ ਦੇਖ ਕੇ ਦੁਨੀਆ ਤੋਂ ਗੁੰਮ ਹੋ ਬੈਠਦਾ ਹੈ ਤੇ ਉਸ ਦੇ ਮੂੰਹ ਵਿੱਚੋਂ ਜੋ ਪਹਿਲੇ ਫਾਰਸੀ ਸ਼ਬਦ ਨਿਕਲਦੇ ਹਨ ਉਹ ਸੀ ਵਾਹ
ਕੋਹਿਨੂਰ, ਜਾਣੀ ਕਿ ਕੋਹਿਨੂਰ ਹੀਰੇ ਨੂੰ ਨਾਂ ਦੇਣ ਵਾਲਾ ਨਾਦਰ ਸ਼ਾਹ ਸੀ। ਕੋਹਿਨੂਰ ਫਾਰਸੀ ਦਾ ਸ਼ਬਦ ਹੈ। ਕੋਹ ਦਾ ਮਤਲਬ ਹੈ ਪਹਾੜ ਤੇ ਨੂਰ ਦਾ ਮਤਲਬ ਹੈ ਰੌਸ਼ਨੀ। ਇਹ ਘਟਨਾ ਦਾ ਜ਼ਿਕਰ ਮੁਹੰਮਦ ਕਾਜ਼ਿਮ ਮਾਰਵੀ ਆਪਣੀ ਕਿਤਾਬ ਆਲਮ ਆਰਾਏ ਨਾਦਰੀ ਵਿੱਚ ਕਰਦਾ ਹੈ। ਜਦੋਂ ਇਹ ਹੀਰਾ ਨਾਦਰ ਸ਼ਾਹ ਨੂੰ ਮਿਲਿਆ, ਮੈਂ ਉੱਥੇ ਹੀ ਮੌਜੂਦ ਸੀ। 90 ਕਰੋੜ ਦਾ ਮਾਲ, ਤਖਤੇ ਤਾਊਸ, ਕੋਹਿਨੂਰ ਹੀਰਾ ਲੈ ਕੇ ਨਾਦਰ ਸ਼ਾਹ ਪਹੁੰਚ ਜਾਂਦਾ ਹੈ ਈਰਾਨ। ਨਾਦਰ ਸ਼ਾਹ ਕੋਹਿਨੂਰ ਹੀਰੇ ਨੂੰ ਪਾਉਣ ਤੋਂ ਬਾਅਦ ਆਪਣਾ ਜੰਗਾਂ ਜੁਗਦਾਂ ਵਿੱਚ ਜ਼ਿਆਦਾ ਰੁੱਝ ਜਾਂਦਾ ਹੈ। ਇਸ ਦੇ ਤਕਰੀਬਨ 7 ਸਾਲ ਬਾਅਦ ਨਾਦਰ ਸ਼ਾਹ ਨੂੰ ਉਸਦੇ ਕਰੀਬੀ ਨੇ ਸੁੱਤੇ ਦਾ ਗਲਾ ਵੱਢ ਕੇ ਮਾਰ ਦਿੱਤਾ ਸੀ। ਇੱਥੇ ਸ਼ੁਰੂ ਹੋ ਜਾਂਦਾ ਹੈ ਧੋਖੇ ਧੜੀਆਂ ਦਾ ਦੌਰ ਉਸ ਕੋਹਿਨੂਰ ਹੀਰੇ ਨੂੰ ਪਾਉਣ ਲਈ। ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਇਹ ਕੋਹਿਨੂਰ ਹੀਰਾ ਆਉਂਦਾ ਉਸਦੇ ਭਤੀਜੇ ਸ਼ਾਹ ਅਲੀ ਕੋਲ। ਉਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਹਨ, ਉਸ ਨੂੰ ਕੈਦ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਕੋਹਿਨੂਰ ਹੀਰਾ ਆ ਜਾਂਦਾ ਹੈ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਕੋਲ। ਅਗਾ ਮੁਹੰਮਦ ਸ਼ਾਹਰੁਖ ਮਿਰਜ਼ਾ ਨੂੰ ਕੈਦ ਕਰ ਲੈਂਦਾ ਹੈ। ਨਾਦਰ ਸ਼ਾਹ ਦੇ ਪੋਤੇ ਦੇ ਸਿਰ ਵਿੱਚ ਗਰਮ ਲੋਹਾ ਪਿਘਲਾ ਕੇ ਪਾਇਆ ਜਾਂਦਾ ਹੈ। ਇਸ ਹੀਰੇ ਵਾਸਤੇ ਇੰਨੇ ਤਸੀਹੇ ਦਿੱਤੇ ਜਾਂਦੇ ਸਨ। ਸ਼ਾਹਰੁਖ ਮਿਰਜ਼ਾ ਇਹ ਸਭ ਹੋਣ ਤੋਂ ਪਹਿਲਾਂ ਹੀ ਕੋਹਿਨੂਰ ਹੀਰਾ ਆਪਣੇ ਦਾਦੇ ਨਾਦਰ ਸ਼ਾਹ ਦੇ ਕਿਸੇ ਖਾਸ ਨੂੰ ਦਿੰਦਾ ਹੈ। ਉਸ ਦਾ ਨਾਮ ਹੁੰਦਾ ਹੈ ਅਹਿਮਦ ਸ਼ਾਹ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਬਣ ਜਾਂਦਾ ਹੈ ਬਾਦਸ਼ਾਹ। ਫਿਰ ਸ਼ੁਰੂਆਤ ਕਰਦਾ ਹੈ ਦਰਾਨੀ ਸਾਮਰਾਜ ਦੀ। ਅਹਿਮਦ ਸ਼ਾਹ ਅਬਦਾਲੀ ਬਾਦਸ਼ਾਹ ਬਣਨ ਤੋਂ ਬਾਅਦ ਸ਼ੁਰੂਆਤ ਕਰਦਾ ਹੈ ਦਰਾਨੀ ਸਾਮਰਾਜ ਦੀ। ਬਾਕੀਆਂ ਦੇ ਨਕਸ਼ੇ ਕਦਮ ਤੇ ਚੱਲਦਾ ਅਹਿਮਦ ਸ਼ਾਹ ਅਬਦਾਲੀ ਭਾਰਤ ਤੇ 8 ਵਾਰ ਹਮਲਾ ਕਰਦਾ ਹੈ। ਇਹ ਗੱਲ ਵੀ ਸੁਣਨ ਵਿੱਚ ਆਉਂਦੀ ਹੈ ਕਿ ਜਿੰਨੀ ਵਾਰ ਵੀ ਅਬਦਾਲੀ ਨੇ ਭਾਰਤ ਤੇ ਹਮਲਾ ਕੀਤਾ, ਹਰ ਵਾਰ ਕੋਹਿਨੂਰ ਹੀਰਾ ਉਸਦੀ ਬਾਂਹ ਉੱਪਰ ਬੰਨਿਆ ਹੁੰਦਾ ਸੀ, ਪਰ ਫਿਰ ਵੀ ਇਹ ਹੀਰਾ ਉਸ ਤੋਂ ਕੋਈ ਖੋ ਨਹੀਂ ਪਾਇਆ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਉਸਦੇ ਪੁੱਤਰ ਤੈਮੂਰ ਕੋਲ ਜਾਂਦਾ ਹੈ। ਤੈਮੂਰ ਦੀ ਮੌਤ ਤੋਂ ਬਾਅਦ ਇਹ ਹੀਰਾ ਸ਼ਾਹਜਹਾਂ ਕੋਲ ਜਾਂਦਾ ਹੈ। ਸ਼ਾਹਜਹਾਂ ਅਬਦਾਲੀ ਦਾ ਪੋਤਾ ਸੀ। ਇਹ ਉਹੀ ਸ਼ਾਹਜਹਾਂ ਹੈ ਜਿਸ ਨੂੰ ਪੰਜਾਬ ਦਾ ਨੌਜਵਾਨ ਸਿਰਫ 19 ਸਾਲ ਦੀ ਉਮਰ ਵਿੱਚ ਹਰਾ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਿਆ। ਜਦੋਂ ਇਹ ਹੀਰਾ ਸ਼ਾਹਜਹਾਂ ਕੋਲ ਆਉਂਦਾ ਹੈ ਤਾਂ ਉਸ ਲਈ ਵੀ ਮੁਸੀਬਤਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਜਾਣੀ ਕਿ ਬਾਕੀ ਬਾਦਸ਼ਾਹਾਂ ਵਾਂਗ ਸ਼ਾਹਜਹਾਂ ਨਾਲ ਵੀ ਇਹ ਹੀਰਾ ਉਸੇ ਤਰ੍ਹਾਂ ਹੀ ਰਵੱਈਆ ਅਪਣਾਉਂਦਾ ਹੈ। ਸ਼ਾਹਜਹਾਂ ਲਈ ਵੀ ਮੁਸੀਬਤਾਂ ਦਾ ਦੌਰ ਸ਼ੁਰੂ ਹੁੰਦਾ ਹੈ। ਸ਼ਾਹਜਹਾਂ ਨੂੰ ਆਓ ਭਗਤ ਦੇ ਬਹਾਨੇ ਕੈਦ ਕਰ ਲਿਆ ਜਾਂਦਾ ਹੈ। ਕੈਦ ਹੋਣ ਤੋਂ ਪਹਿਲਾਂ ਇੱਥੇ ਸ਼ਾਹਜਹਾਂ ਇੱਕ ਚਲਾਕੀ ਕਰਦਾ ਹੈ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਕੋਹਿਨੂਰ ਹੀਰਾ ਉਸ ਤੋਂ ਖੋਹ ਲੈਣਗੇ। ਇਸ ਲਈ ਸ਼ਾਹਜਹਾਂ ਹੀਰੇ ਨੂੰ ਕਿਲੇ ਦੀ ਕੰਧ ਦੀ ਦਰਾਰ ਵਿੱਚ ਸੁੱਟ ਦਿੰਦਾ ਹੈ। ਸ਼ਾਹਜਹਾਂ ਉੱਤੇ ਬਹੁਤ ਸਾਰੇ ਤਸੀਹੇ ਕੀਤੇ ਜਾਂਦੇ ਹਨ ਜਾਂ ਦਿੱਤੇ ਜਾਂਦੇ ਹਨ। ਇਹ ਗੱਲ ਜਦੋਂ ਸ਼ਾਹਜਹਾਂ ਦੇ ਛੋਟੇ ਭਰਾ ਸ਼ਾਹ ਸੁਜਾ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣੀ ਫੌਜ ਨਾਲ ਕਿਲੇ ਤੇ ਜਾਂ ਜੇਲ੍ਹ ਤੇ ਹਮਲਾ ਕਰ ਦਿੰਦਾ ਹੈ। ਜਿਸ ਨੇ ਸ਼ਾਹਜਹਾਂ ਨੂੰ ਕੈਦ ਕੀਤਾ ਹੁੰਦਾ ਹੈ, ਉਸ ਨੂੰ ਸ਼ਾਹ ਸੁਜਾ ਵੱਲੋਂ ਫੜ ਲਿਆ ਜਾਂਦਾ ਹੈ। ਉਸ ਨੂੰ ਪੁੱਛਿਆ ਜਾਂਦਾ ਹੈ ਕਿ ਕੋਹਿਨੂਰ ਕਿੱਥੇ ਹੈ। ਉਸ ਨੂੰ ਵੀ ਨਹੀਂ ਸੀ ਪਤਾ ਕਿ ਕੋਹਿਨੂਰ ਕਿੱਥੇ ਹੈ, ਇਸ ਲਈ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਉਸ ਨੂੰ ਮਾਰਨ ਤੋਂ ਬਾਅਦ ਪੂਰੇ ਕਿਲੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ, ਪਰ ਸ਼ਾਹ ਸੁਜਾ ਨੂੰ ਹੀਰਾ ਕਿਤੇ ਵੀ ਨਹੀਂ ਮਿਲਦਾ। ਫਿਰ ਗੁੱਸੇ ਵਿੱਚ ਲਾਲ ਪੀਲਾ ਹੋਇਆ ਸ਼ਾਹ ਸੁਜਾ ਪੂਰੇ ਕਿਲੇ ਨੂੰ ਤਬਾਹ ਕਰਦਾ ਹੈ, ਅੱਗ ਲਗਾ ਦਿੰਦਾ ਹੈ। ਸ਼ਾਹ ਸੁਜਾ ਵੱਲੋਂ ਕਿਲੇ ਨੂੰ ਤਹਿਸ ਨਹਿਸ ਕਰਨ ਤੋਂ ਬਾਅਦ ਇਹ ਹੀਰਾ ਬਹੁਤ ਸਾਰਾ ਟਾਈਮ ਮਲਬੇ ਦੇ ਢੇਰ ਥੱਲੇ ਦੱਬਿਆ ਰਿਹਾ, ਜਿਸ ਦਾ ਕੋਈ ਬਾਲੀ ਵਾਰਸ ਨਹੀਂ ਸੀ। ਹਰ ਰੋਜ਼ ਬਹੁਤ ਸਾਰੇ ਲੋਕ ਉੱਥੋਂ ਲੰਘਦੇ ਸੀ, ਪਰ ਕਿਸੇ ਨੂੰ ਇਹ ਨਹੀਂ ਸੀ ਪਤਾ
ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਇਸ ਮਲਬੇ ਦੇ ਢੇਰ ਥੱਲੇ ਦਫਨ ਹੈ। ਫਿਰ ਇੱਕ ਉੱਥੋਂ ਇੱਕ ਦਿਨ ਕੋਈ ਮੌਲਵੀ ਲੰਘਦਾ ਹੈ ਤਾਂ ਉਸ ਦੀ ਇੱਕ ਚਮਕਦੇ ਹੋਏ ਪੱਥਰ 'ਤੇ ਨਿਗਾਹ ਪੈਂਦੀ ਹੈ, ਅਤੇ ਜਦੋਂ ਉਸ ਦੀ ਨਿਗਾਹ ਉਸ ਪੱਥਰ 'ਤੇ ਪੈਂਦੀ ਹੈ ਤਾਂ ਉਸ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦਾ ਹੈ, ਅਤੇ ਮੌਲਵੀ ਉਸ ਬੇਸ਼ਕੀਮਤੀ ਹੀਰੇ ਦੀ ਵਰਤੋਂ ਕਿਵੇਂ ਕਰਦਾ ਹੈ? ਇੱਕ ਪੇਪਰਵੇਟ ਦੀ ਤਰ੍ਹਾਂ। ਉਹ ਉਸ ਨੂੰ ਇੱਕ ਪੇਪਰਵੇਟ ਦੀ ਤਰ੍ਹਾਂ ਵਰਤਦਾ ਹੈ, ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਬੇਸ਼ਕੀਮਤੀ ਹੀਰਾ ਹੈ ਜਾਂ ਕੋਈ ਪੱਥਰ। ਇਸ ਤੋਂ ਬਾਅਦ ਇਹ ਗੱਲ ਫੈਲਦੀ ਸ਼ਾਹ ਸੁਜਾ ਦੇ ਸਿਪਾਹੀਆਂ ਕੋਲ ਪਹੁੰਚਦੀ ਹੈ। ਉਹ ਆਉਂਦੇ ਹਨ ਅਤੇ ਹੀਰਾ ਲੈ ਕੇ ਚਲੇ ਜਾਂਦੇ ਹਨ। ਉਹ ਹੀਰਾ ਜਦੋਂ ਸ਼ਾਹ ਸੁਜਾ ਕੋਲ ਪਹੁੰਚਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ, ਕਿਉਂਕਿ ਉਸ ਹੀਰੇ ਨਾਲ ਇੱਕ ਗੱਲ ਪੱਕੀ ਹੋ ਗਈ ਸੀ ਕਿ ਜਿਸ ਕੋਲ ਉਹ ਹੀਰਾ ਹੋਊਗਾ ਉਹ ਪੂਰੀ ਦੁਨੀਆ 'ਤੇ ਰਾਜ ਕਰੂਗਾ। ਇਸ ਕਰਕੇ ਕਿੰਨੇ ਹੀ ਕਤਲ ਹੋ ਗਏ, ਪਰ ਇਸ ਤੋਂ ਬਾਅਦ ਵੀ ਸ਼ਾਹ ਸੁਜਾ ਬਹੁਤ ਖੁਸ਼ ਸੀ ਕਿ ਹੁਣ ਉਹ ਪੂਰੀ ਦੁਨੀਆ 'ਤੇ ਰਾਜ ਕਰੇਗਾ। ਪਰ ਬਾਕੀ ਬਾਦਸ਼ਾਹਾਂ ਵਾਂਗ ਹੀ ਇਹ ਹੀਰਾ ਸ਼ਾਹ ਸੁਜਾ ਦੇ ਵੀ ਜੜੀ ਬੈਠ ਗਿਆ। ਉਸ ਦਾ ਸਾਰਾ ਰਾਜ ਭਾਗ ਖਤਮ ਹੋ ਗਿਆ। ਇਹ ਸਭ ਕੁਝ ਮਿੱਟੀ ਹੋ ਗਿਆ, ਪਰ ਹੀਰੇ ਨਾਲ ਅਜੇ ਵੀ ਮੋਹ ਘੱਟ ਨਹੀਂ ਹੋਇਆ ਸੀ। ਸ਼ਾਹ ਸੁਜਾ ਨੂੰ ਸੀ ਕਿ ਇਹ ਹੀਰਾ ਉਸ ਨਾਲ ਵਫਾ ਜ਼ਰੂਰ ਕਰੂਗਾ। ਇਸ ਤੋਂ ਬਾਅਦ ਸ਼ਾਹ ਸੁਜਾ ਨੂੰ ਕਸ਼ਮੀਰ ਦੇ ਰਾਜੇ ਅਤਾ ਮੁਹੰਮਦ ਨੇ ਧੋਖੇ ਨਾਲ ਕੈਦ ਕਰ ਲਿਆ। ਕਸ਼ਮੀਰ ਦੇ ਰਾਜੇ ਨੇ ਸ਼ਾਹ ਸੁਜਾ ਨੂੰ ਧੋਖੇ ਨਾਲ ਕੈਦ ਕੀਤਾ ਅਤੇ ਉਸ ਨੂੰ ਕੋਹੀਨੂਰ ਹੀਰੇ ਦੀ ਮੰਗ ਰੱਖੀ, ਪਰ ਇਸ ਦੇ ਉਲਟ ਕੋਹੀਨੂਰ ਹੀਰਾ ਸ਼ਾਹ ਸੁਜਾ ਕੋਲ ਨਹੀਂ ਹੁੰਦਾ। ਕੋਹੀਨੂਰ ਹੀਰਾ ਸ਼ਾਹ ਸੁਜਾ ਦੇ ਪਰਿਵਾਰ ਕੋਲ ਹੁੰਦਾ ਹੈ, ਉਸ ਦੀ ਘਰਵਾਲੀ ਵਫਾ ਬੇਗਮ ਕੋਲ। ਕੋਹੀਨੂਰ ਹੀਰਾ ਇੱਥੇ ਸ਼ਾਹ ਸੁਜਾ ਦੀ ਘਰਵਾਲੀ ਵਫਾ ਬੇਗਮ ਕੋਲ ਹੁੰਦਾ ਹੈ। ਜਦੋਂ ਇਹ ਗੱਲ ਵਫਾ ਬੇਗਮ ਨੂੰ ਪਤਾ ਲੱਗਦੀ ਹੈ ਤਾਂ ਉਹ ਇੱਕ ਅਜਿਹਾ ਬੰਦਾ ਲੱਭਦੀ ਹੈ ਜੋ ਬਹੁਤ ਤਕੜਾ ਹੋਵੇ ਅਤੇ ਅਤਾ ਮੁਹੰਮਦ ਦਾ ਟੱਕਰ ਲੈ ਸਕੇ। ਤਕੜਾ ਹੋਵੇ ਤਾਂ ਕਸ਼ਮੀਰ ਦੇ ਰਾਜੇ ਅਤਾ ਮੁਹੰਮਦ ਨਾਲ ਟੱਕਰ ਲੈ ਸਕੇ। ਇਸ ਤੋਂ ਬਾਅਦ ਵਫਾ ਬੇਗਮ ਪਹੁੰਚਦੀ ਹੈ ਲਾਹੌਰ ਦਰਬਾਰ ਖਾਲਸਾ ਮਹਾਰਾਜਾ ਰਣਜੀਤ ਸਿੰਘ ਕੋਲ। ਉਹ ਆਪਣੀ ਸਾਰੀ ਦਰਦ ਕਹਾਣੀ ਸੁਣਾਉਂਦੀ ਹੈ ਅਤੇ ਮਦਦ ਦੀ ਗੁਹਾਰ ਲਗਾਉਂਦੀ ਹੈ। ਮਦਦ ਦੀ ਗੁਹਾਰ ਕਿੱਥੇ ਲਾਉਂਦੀ ਹੈ? ਦਰਬਾਰ ਖਾਲਸਾ ਮਹਾਰਾਜਾ ਰਣਜੀਤ ਸਿੰਘ ਕੋਲ। ਇੱਥੇ ਜਜ਼ਬਾਤਾਂ 'ਚ ਬਹਿ ਕੇ ਵਫਾ ਬੇਗਮ ਮਹਾਰਾਜਾ ਰਣਜੀਤ ਸਿੰਘ ਨਾਲ ਵਾਅਦਾ ਕਰਦੀ ਹੈ ਕਿ ਮੇਰੇ ਕੋਲ ਬੇਸ਼ਕੀਮਤੀ ਕੋਹੀਨੂਰ ਹੀਰਾ ਹੈ। ਜੇਕਰ ਤੁਸੀਂ ਮੇਰੇ ਘਰ ਵਾਲੇ ਨੂੰ ਸਹੀ ਸਲਾਮਤ ਛੁਡਵਾ ਲੈਂਦੇ ਹੋ ਤਾਂ ਅਸੀਂ ਇਹ ਹੀਰਾ ਤੁਹਾਨੂੰ ਦੇ ਦੇਵਾਂਗੇ। ਇੱਥੇ ਫਿਰ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਨਾਲ ਜਾਂਦੇ ਹਨ ਕਸ਼ਮੀਰ ਅਤੇ ਅਤਾ ਮੁਹੰਮਦ 'ਤੇ ਹਮਲਾ ਕਰਦੇ ਹਨ ਅਤੇ ਸ਼ਾਹ ਸੁਜਾ ਨੂੰ ਸਹੀ ਸਲਾਮਤ ਉੱਥੋਂ ਛੁਡਵਾ ਲਿਆ ਜਾਂਦਾ ਹੈ। ਅਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਕਿ ਲਿਆਓ, ਹੁਣ ਸਾਡਾ ਵਾਅਦਾ ਪੂਰਾ ਕਰੋ। ਫਿਰ ਇੱਥੇ ਆ ਕੇ ਸ਼ਾਹ ਸੁਜਾ ਦੀ ਪਤਨੀ ਬੇਗਮ ਵਫਾ ਬੇਗਮ ਦੇ ਮਨ ਵਿੱਚ ਬੇਈਮਾਨੀ ਆਉਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਕਿਹੜਾ ਹੀਰਾ? ਫਿਰ ਇੱਥੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਹਨ ਕਿ ਹੁਣ ਤੁਸੀਂ ਸਾਡੇ ਸ਼ਰਨ ਵਿੱਚੋਂ, ਅਸੀਂ ਚਾਹੀਏ ਤਾਂ ਤੁਹਾਨੂੰ ਕੈਦ ਵਿੱਚ ਸੁੱਟ ਕੇ ਹੀਰਾ ਲੈ ਸਕਦੇ ਹਾਂ, ਪਰ ਸਾਡਾ ਧਰਮ ਸਾਨੂੰ ਇਜਾਜ਼ਤ ਨਹੀਂ ਦਿੰਦਾ। ਇਸ ਤੋਂ ਬਾਅਦ ਸ਼ਾਹ ਸੁਜਾ ਅਤੇ ਉਸ ਦੀ ਪਤਨੀ ਇੱਕ ਨਕਲੀ ਹੀਰਾ ਬਣਵਾ ਕੇ ਦਿੰਦੇ ਹਨ, ਪਰ ਜਦੋਂ ਉਹ ਹੀਰਾ ਜੌਹਰੀਆਂ ਨੂੰ ਦਿਖਾਇਆ ਗਿਆ ਤਾਂ ਉਹ ਹੀਰਾ ਨਿਕਲਿਆ ਨਕਲੀ। ਹੁਣ ਇੱਥੇ ਸ਼ਾਹ ਸੁਜਾ ਅਤੇ ਉਸ ਦੀ ਪਤਨੀ ਇਹ ਸਮਝ ਚੁੱਕੇ ਸੀ ਕਿ ਉਹਨਾਂ ਨੂੰ ਹੁਣ ਹੀਰਾ ਦੇਣਾ ਹੀ ਪਵੇਗਾ। ਫਿਰ ਉਹ ਮਹਾਰਾਜਾ ਰਣਜੀਤ ਸਿੰਘ ਸਾਹਮਣੇ ਕੁਝ ਸ਼ਰਤਾਂ ਰੱਖਦੇ ਹਨ, ਕੁਝ ਆਪਣੀਆਂ ਗੱਲਾਂ ਰੱਖਦੇ ਹਨ। ਉਹ ਗੱਲਾਂ ਕੀ ਸੀ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਸਾਨੂੰ ਕੋਈ ਕੁਝ ਨਹੀਂ ਕਹੇਗਾ
ਤੇ ਸਾਨੂੰ ਥੋੜ੍ਹੇ ਪੈਸੇ ਵੀ ਦਿੱਤੇ ਜਾਣ, ਜਾਣੀ ਕਿ ਸਾਡੀ ਥੋੜ੍ਹੀ ਮਾਲੀ ਮਦਦ ਵੀ ਕੀਤੀ ਜਾਵੇ। ਇਹ ਸਭ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲਿਖਤੀ ਰੂਪ ਵਿੱਚ ਲਿਖ ਕੇ ਦਿੰਦੇ ਹਨ। ਸ਼ਾਹ ਸੁਜਾ ਨੂੰ ਬਹੁਤ ਸਾਰਾ ਖਜ਼ਾਨਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕੋਹੀਨੂਰ ਹੀਰੇ ਦਾ ਮਾਲਕ ਬਣਦਾ ਹੈ ਪੰਜਾਬ ਦਾ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਇਤਿਹਾਸਕਾਰ ਦੱਸਦੇ ਹਨ ਕਿ ਇਸ ਹੀਰੇ ਨੂੰ ਜ਼ਿਆਦਾ ਪ੍ਰਸਿੱਧੀ ਮਹਾਰਾਜਾ ਰਣਜੀਤ ਸਿੰਘ ਕੋਲ ਆ ਕੇ ਮਿਲੀ, ਕਿਉਂਕਿ ਮੁਗਲਾਂ ਕੋਲ ਬਹੁਤ ਸਾਰੇ ਹੀਰੇ ਸਨ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਹੀਰੇ ਨੂੰ ਆਪਣੀ ਪੱਗ ਵਿੱਚ ਪਹਿਨਦੇ ਸਨ ਜਾਂ ਲਾਉਂਦੇ ਸਨ। ਲਾਹੌਰ ਦੀਆਂ ਗਲੀਆਂ ਵਿੱਚ ਪੂਰੇ ਜਾਹੋ ਜਲਾਲ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਘੁਮਾਇਆ ਗਿਆ, ਲੋਕਾਂ ਨੂੰ ਦਿਖਾਇਆ ਗਿਆ ਕੋਹੀਨੂਰ ਹੀਰਾ। ਇਸ ਤੋਂ ਬਾਅਦ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਸ ਕੋਹੀਨੂਰ ਹੀਰੇ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਨੂੰ ਆਪਣੀ ਖੱਬੀ ਅੱਖ ਤੋਂ ਦਿਖਦਾ ਨਹੀਂ ਸੀ, ਇਸ ਲਈ ਉਹ ਕੋਹੀਨੂਰ ਹੀਰੇ ਨੂੰ ਆਪਣੀ ਸੱਜੀ ਬਾਂਹ ਨਾਲ ਬੰਨ੍ਹ ਕੇ ਰੱਖਦੇ ਸਨ। ਫਿਰ ਇਸ ਤੋਂ ਬਾਅਦ ਜਦੋਂ ਕੋਈ ਵੱਡਾ ਪ੍ਰੋਗਰਾਮ ਜਾਂ ਕੋਈ ਜਾਹੋ ਜਲਾਲ ਜਾਂ ਕੋਈ ਵੀ ਵੱਡਾ ਬੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆਉਂਦਾ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਇਸ ਕੋਹੀਨੂਰ ਹੀਰੇ ਨੂੰ ਪਹਿਨਦੇ ਸੀ। ਉਸ ਤੋਂ ਬਿਨਾਂ ਇਸ ਹੀਰੇ ਨੂੰ ਗੋਬਿੰਦਗੜ੍ਹ ਦੇ ਕਿਲ੍ਹੇ ਵਿੱਚ ਰੱਖਿਆ ਜਾਂਦਾ ਸੀ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਕੋਹੀਨੂਰ ਹੀਰੇ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਇਸ ਪਿੱਛੇ ਕਿੰਨੇ ਬਾਦਸ਼ਾਹਾਂ ਦਾ ਕਤਲ ਹੋਇਆ, ਇਸ ਹੀਰੇ ਨੇ ਕਿੰਨੇ ਰਾਜ ਭਾਗ ਉਜਾੜੇ ਹਨ। ਇਸ ਲਈ ਇਸ ਹੀਰੇ ਨੂੰ ਇੱਕੋ ਕਿਲ੍ਹੇ ਵਿੱਚ ਨਹੀਂ ਸੀ ਰੱਖਿਆ ਜਾਂਦਾ, ਇਸ ਨੂੰ ਇੱਕ ਕਿਲ੍ਹੇ ਤੋਂ ਦੂਜੇ ਕਿਲ੍ਹੇ ਹਰ ਦਿਨ ਬਦਲਿਆ ਜਾਂਦਾ ਸੀ। ਇਸ ਹੀਰੇ ਨੂੰ ਇੱਕ ਕਿਲ੍ਹੇ ਤੋਂ ਦੂਜੇ ਕਿਲ੍ਹੇ ਲਿਜਾਣ ਲਈ ਘੱਟੋ ਘੱਟ 40 ਊਠ ਇੱਕੋ ਤਰ੍ਹਾਂ ਦੇ ਤਿਆਰ ਕੀਤੇ ਜਾਂਦੇ ਸਨ ਕਿ ਕਿਸੇ ਨੂੰ ਇਹ ਨਾ ਪਤਾ ਲੱਗ ਸਕੇ ਕਿ ਕੋਹੀਨੂਰ ਹੀਰਾ ਕਿਸ ਊਠ ਉੱਪਰ ਮੌਜੂਦ ਹੈ। ਇਸ ਦੇ ਆਸੇ-ਪਾਸੇ ਮਹਾਰਾਜੇ ਦੇ ਸਿਪਾਹੀ ਵੀ ਮੌਜੂਦ ਰਹਿੰਦੇ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਗੱਲ ਇਹ ਵੀ ਜੁੜਦੀ ਹੈ, ਜਦੋਂ ਉਹਨਾਂ ਦੇ ਆਖਰੀ ਦਿਨ ਚੱਲ ਰਹੇ ਸਨ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਛਾ ਜਤਾਈ ਸੀ ਕਿ ਉਹ ਕੋਹੀਨੂਰ ਹੀਰਾ ਜਗਨਨਾਥਪੁਰੀ ਦੇ ਮੰਦਰਾਂ ਵਿੱਚ ਦਾਨ ਦੇਣਾ ਚਾਹੁੰਦੇ ਹਨ। ਇਹ ਗੱਲ ਹੁਣ ਕਿੱਥੋਂ ਆਉਂਦੀ ਹੈ? ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਕੀ ਸੀ ਕਿ ਉਹਨਾਂ ਨੂੰ ਅਧਰੰਗ ਦੇ 3 ਦੌਰੇ ਪੈਂਦੇ ਹਨ। ਪਹਿਲੇ ਦੌਰੇ ਵਿੱਚ ਮਹਾਰਾਜਾ ਰਣਜੀਤ ਸਿੰਘ ਇਸ ਨੂੰ ਸੀਰੀਅਸ ਨਹੀਂ ਲੈਂਦੇ, ਦੂਜੇ ਦੌਰੇ ਵਿੱਚ ਉਹਨਾਂ ਦਾ ਇੱਕ ਪੂਰਾ ਪਾਸਾ ਖੜ ਜਾਂਦਾ ਹੈ। ਇਸ ਸਮੇਂ ਉਹ ਆਪਣੇ ਰਾਜ ਭਾਗ ਦੀਆਂ ਸਾਰੀਆਂ ਗੱਲਾਂ ਇਸ਼ਾਰਿਆਂ ਨਾਲ ਪੁੱਛਦੇ ਸਨ ਤੇ ਉਹਨਾਂ ਕੋਲ ਉਹਨਾਂ ਦੇ ਕਰੀਬੀ ਲੋਕ ਹੀ ਜਾਂਦੇ ਸਨ, ਜਾਣੀ ਕਿ ਉਹਨਾਂ ਦੇ ਕਮਰੇ ਵਿੱਚ ਉਹਨਾਂ ਦੇ ਆਸ-ਪਾਸ ਬਹੁਤ ਕਰੀਬੀ ਲੋਕ ਹੀ ਜਾਂਦੇ ਸਨ। ਹੁਣ ਇੱਥੇ ਮਹਾਰਾਜੇ ਦਾ ਆਖਰੀ ਸਮਾਂ ਚੱਲ ਰਿਹਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇਸ਼ਾਰਾ ਕੀਤਾ ਤਾਂ ਉਹਨਾਂ ਦਾ ਪੰਡਤ ਸੀ ਇੱਕ ਪੰਡਤ ਗੋਬਿੰਦ ਰਾਮ। ਉਹ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਇਸ਼ਾਰਾ ਕੀਤਾ ਹੈ ਕਿ ਇਸ ਕੋਹੀਨੂਰ ਹੀਰੇ ਨੂੰ ਮੰਦਰ ਵਿੱਚ ਦਾਨ ਦੇ ਦੇਵੋ। ਹੁਣ ਇੱਥੇ 2 ਗੱਲਾਂ ਹੁੰਦੀਆਂ ਹਨ, ਕਈ ਲੋਕ ਇਸ ਗੱਲ ਨਾਲ ਸਹਿਮਤ ਸਨ ਤੇ ਕਈਆਂ ਨੇ ਇਸ ਗੱਲ ਦਾ ਵਿਰੋਧ ਕੀਤਾ। ਮਿਸਰ ਬੇਲੀ ਰਾਮ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਖਾਸ ਸੀ। ਉਹਨਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਕਿ ਨਹੀਂ, ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦਾ ਨਹੀਂ, ਇਹ ਖਾਲਸੇ ਰਾਜ ਦਾ ਹੈ। ਇਸ ਲਈ ਇਸ ਹੀਰੇ 'ਤੇ ਪੰਜਾਬ ਦੇ ਆਉਣ ਵਾਲੇ ਮਹਾਰਾਜੇ ਦਾ ਹੱਕ ਹੈ, ਇਸ ਕਰਕੇ ਇਸ ਹੀਰੇ ਨੂੰ ਦਾਨ ਨਹੀਂ ਕੀਤਾ ਗਿਆ। ਹੁਣ ਇਸ ਗੱਲ ਉੱਪਰ ਅੰਗਰੇਜ਼ਾਂ ਦੀ ਵੀ ਅੱਖ ਸੀ। ਖਾਲਸੇ ਰਾਜ ਉੱਪਰ ਤਾਂ ਅੰਗਰੇਜ਼ਾਂ ਦੀ ਪਹਿਲਾਂ ਹੀ ਅੱਖ ਸੀ ਤੇ ਹੁਣ ਕੋਹੀਨੂਰ ਹੀਰੇ ਉੱਪਰ ਵੀ ਅੱਖ ਸੀ। ਇਹ ਹੀਰਾ ਹੁਣ ਅੰਗਰੇਜ਼ ਚਾਹੁੰਦੇ ਸੀ ਕਿ ਸਾਡੇ ਕੋਲ ਹੀ ਆਵੇ, ਇਹ ਹੋਰ ਕਿਤੇ ਨਾ ਜਾਵੇ।
ਮਹਾਰਾਜਾ ਰਣਜੀਤ ਸਿੰਘ ਤਖਤ ਨੂੰ ਲੈ ਕੇ ਧੋਖੇ ਧੜੀਆਂ ਤੇ ਕਤਲੇਆਮ ਸ਼ੁਰੂ ਹੋ ਗਏ। ਇਸ ਤੋਂ ਮਹਾਰਾਜਾ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਜਾਂਦਾ ਹੈ ਤੇ ਕੋਹੀਨੂਰ ਹੀਰੇ ਦਾ ਮਾਲਕ ਵੀ ਖੜਕ ਸਿੰਘ ਬਣ ਜਾਂਦਾ ਹੈ। ਇਸ ਦੇ ਚੱਲਦੇ ਖੜਕ ਸਿੰਘ ਨੂੰ ਵੀ ਕਿਸੇ ਸਾਜ਼ਿਸ਼ ਦੇ ਤਹਿਤ ਮਾਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਖੜਕ ਸਿੰਘ ਦੇ ਪੁੱਤਰ ਨੌ ਨਿਹਾਲ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਜਾਂਦਾ ਹੈ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਸੀ। ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਨੌ ਨਿਹਾਲ ਨੂੰ ਵੀ ਮਾਰ ਦਿੱਤਾ ਜਾਂਦਾ ਹੈ। ਇੰਨੇ ਥੋੜ੍ਹੇ ਸਮੇਂ ਵਿੱਚ ਪੰਜਾਬ ਨੇ ਆਪਣੇ ਬਹੁਤ ਸਾਰੇ ਮਹਾਰਾਜੇ ਖੋਏ। ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਮਹਾਰਾਣੀ ਜਿੰਦਾ ਦੇ 5 ਸਾਲ ਦੇ ਪੁੱਤਰ ਨੂੰ ਬਣਾਇਆ ਗਿਆ ਪੰਜਾਬ ਦਾ ਮਹਾਰਾਜਾ। ਉਸ ਮਹਾਰਾਜੇ ਦਾ ਨਾਮ ਸੀ ਮਹਾਰਾਜਾ ਦਲੀਪ ਸਿੰਘ। ਪੰਜਾਬ ਦੇ ਕੋਹੀਨੂਰ ਹੀਰੇ ਦੇ ਮਾਲਕ ਵੀ ਮਹਾਰਾਜਾ ਦਲੀਪ ਸਿੰਘ ਬਣਦੇ ਹਨ। ਇਸ ਦੇ ਉਲਟ ਅੰਗਰੇਜ਼ਾਂ ਲਈ ਪੰਜਾਬ ਅਤੇ ਕੋਹੀਨੂਰ ਦੱਬਣਾ ਹੋਰ ਵੀ ਸੌਖਾ ਹੋ ਗਿਆ ਸੀ। 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਮਹਾਰਾਣੀ ਜਿੰਦਾ ਕੋਲੋਂ ਬਹੁਤ ਚਲਾਕੀ ਨਾਲ ਅੰਗਰੇਜ਼ ਦੂਰ ਕਰ ਦਿੰਦੇ ਹਨ। ਇਸ ਦੇ ਉਲਟ ਦਰਬਾਰ ਦੇ ਕੁਝ ਆਪਣਿਆਂ ਦੀਆਂ ਧੋਖੇਬਾਜ਼ੀਆਂ ਸਿੱਖਾਂ ਨੂੰ ਇਸ ਜੰਗ ਵਿੱਚ ਹਰਾ ਗਈਆਂ। ਪੰਜਾਬ 'ਤੇ ਕਬਜ਼ਾ ਹੋ ਗਿਆ ਅੰਗਰੇਜ਼ਾਂ ਦਾ। ਅੰਗਰੇਜ਼ਾਂ ਨੇ ਬਾਲਕ ਮਹਾਰਾਜਾ ਤੋਂ ਬਹੁਤ ਚਲਾਕੀ ਨਾਲ ਇੱਕ ਪੇਪਰ 'ਤੇ ਸਾਈਨ ਕਰਵਾਏ, ਜਿਸ ਉੱਪਰ ਲਿਖਿਆ ਸੀ ਪੰਜਾਬ ਦਾ ਰਾਜ ਅਤੇ ਕੋਹੀਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪਿਆ ਜਾਂਦਾ ਹੈ। ਨਾ ਹੀ ਪੰਜਾਬ ਸਿੱਖਾਂ ਦਾ ਰਿਹਾ ਤੇ ਨਾ ਹੀ ਕੋਹੀਨੂਰ ਹੀਰਾ। ਹੁਣ ਇਸ ਤੋਂ ਬਾਅਦ ਲਾਰਡ ਡਲਹੌਜੀ ਖੁਦ ਕੋਹੀਨੂਰ ਹੀਰਾ ਲੈਣ ਲਾਹੌਰ ਆਇਆ। ਮੀਡੀਆ ਨਾਮ ਦਾ ਸਮੁੰਦਰੀ ਜਹਾਜ਼, ਜਿਸ ਵਿੱਚ ਕੋਹੀਨੂਰ ਹੀਰੇ ਨੂੰ ਭਾਰਤ ਤੋਂ ਇੰਗਲੈਂਡ ਭੇਜਿਆ ਗਿਆ। ਹੁਣ ਕੋਹੀਨੂਰ ਹੀਰੇ ਦਾ ਅਸਰ ਕਹਿ ਲਵੋ ਜਹਾਜ਼ ਵਿੱਚ ਤੇ ਦੂਸਰੇ ਹਫ਼ਤੇ ਬੁਰੇ ਤਰੀਕੇ ਨਾਲ ਕਲੋਰਾ ਬਿਮਾਰੀ ਫੈਲ ਗਈ। ਲੋਕ ਇੰਨੇ ਜ਼ਿਆਦਾ ਬਿਮਾਰ ਹੋ ਗਏ, ਰਸਤੇ ਵਿੱਚ ਜਹਾਜ਼ ਨੂੰ ਮੌਰੀਸ਼ੀਅਸ ਵਿੱਚ ਰੋਕਣਾ ਪਿਆ। ਕਿਵੇਂ ਨਾ ਕਿਵੇਂ ਡਿੱਗਦਾ ਢਹਿੰਦਾ ਜਹਾਜ਼ ਇੰਗਲੈਂਡ ਪਹੁੰਚਦਾ ਹੈ। ਇਸ ਜਹਾਜ਼ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਨਾਲ ਇਸ ਜਹਾਜ਼ ਵਿੱਚ ਬੇਸ਼ਕੀਮਤੀ ਕੋਹੀਨੂਰ ਹੀਰਾ ਵੀ ਜਾ ਰਿਹਾ ਹੈ। ਇਹ ਗੱਲ ਸਿਰਫ ਜਹਾਜ਼ ਦੇ ਕੈਪਟਨ ਨੂੰ ਪਤਾ ਸੀ। ਇਸ ਦੇ ਉਲਟ ਇੰਗਲੈਂਡ ਦੀ ਧਰਤੀ 'ਤੇ ਇਸ ਹੀਰੇ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ। ਇਸ ਤੋਂ ਬਾਅਦ ਇਹ ਹੀਰਾ ਸ਼ਾਹੀ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਇੰਗਲੈਂਡ ਦੇ ਸ਼ਾਹੀ ਪਰਿਵਾਰ ਨੂੰ ਇਹ ਹੀਰਾ ਸੌਂਪ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਵੀ ਇੰਗਲੈਂਡ ਭੇਜ ਦਿੱਤਾ ਗਿਆ ਤੇ ਕ੍ਰਿਸਚਨ ਬਣਾ ਦਿੱਤਾ ਗਿਆ। ਇੰਗਲੈਂਡ ਆਪਣੇ ਆਪ ਨੂੰ ਬਹੁਤ ਤਾਕਤਵਰ ਸਮਝਣ ਲੱਗਾ ਕਿ ਸਾਡੇ ਕੋਲ ਕੋਹੀਨੂਰ ਹੀਰਾ ਹੈ। ਇਸ ਦੇ 2 ਸਾਲ ਬਾਅਦ ਕੋਹੀਨੂਰ ਹੀਰਾ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਲਿਆ ਗਿਆ। ਕ੍ਰਿਸਟਲ ਪੈਲੇਸ ਵਿੱਚ ਇਸ ਦੀ ਪ੍ਰਦਰਸ਼ਨੀ ਲਗਾਈ ਗਈ। ਇਤਿਹਾਸਕਾਰ ਲਿਖਦੇ ਹਨ ਕਿ ਕੋਹੀਨੂਰ ਹੀਰੇ ਨੂੰ ਦੇਖਣ ਲਈ ਇੰਗਲੈਂਡ ਵਿੱਚ ਲੋਕਾਂ ਨੇ ਕਈ ਕਿਲੋਮੀਟਰ ਤੱਕ ਲਾਈਨਾਂ ਲਗਾਈਆਂ ਹੋਈਆਂ ਸਨ। ਜਦੋਂ ਲੋਕਾਂ ਨੇ ਸ਼ੀਸ਼ਿਆਂ ਵਿੱਚ ਮੜੇ ਇਸ ਕੋਹੀਨੂਰ ਹੀਰੇ ਨੂੰ ਦੇਖਿਆ ਤਾਂ ਲੋਕ ਬਹੁਤ ਨਿਰਾਸ਼ ਹੋ ਗਏ। ਉੱਥੋਂ ਦੇ ਲੋਕ ਕਹਿਣ ਲੱਗੇ ਕਿ ਇਹ ਸਾਡੇ ਨਾਲ ਕੀ ਮਜ਼ਾਕ ਕੀਤਾ ਹੈ ਕਿ ਇਸ ਘਸਮੈਲੇ ਜਿਹੇ ਪੱਥਰ ਕਰਕੇ ਇੰਨਾ ਰੌਲਾ ਪਾ ਰੱਖਿਆ ਸੀ। ਇਸ 'ਤੇ ਇੰਗਲੈਂਡ ਦੇ ਕਈ ਅਖਬਾਰ ਲਿਖਦੇ ਹਨ ਕਿ ਉਦੋਂ ਕੋਹੀਨੂਰ ਹੀਰਾ ਆਪਣੀ ਚਮਕ ਖੋ ਬੈਠਾ ਸੀ। ਮਾਊਂਟੇਨ ਆਫ ਡਰੇਕ ਕਈ ਅਖਬਾਰਾਂ ਨੇ ਲਿਖਿਆ। ਇਹ ਹੀਰਾ ਆਪਣੀ ਚਮਕ ਕਿਉਂ ਖੋ ਬੈਠਾ ਸੀ? ਇਸ ਗੱਲ ਦੀ ਸ਼ਾਹੀ ਪਰਿਵਾਰ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ। ਰਾਣੀ ਵਿਕਟੋਰੀਆ ਦੇ ਘਰ ਵਾਲੇ ਪ੍ਰਿੰਸ ਐਲਬਰਟ ਨੇ ਇਸ ਨੂੰ ਤਰਾਸ਼ਣ ਦਾ ਫੈਸਲਾ ਕੀਤਾ। ਪਹਿਲਾਂ ਔਰੰਗਜ਼ੇਬ ਟਾਈਮ ਇਸ ਨੂੰ ਤਰਾਸ਼ਿਆ ਗਿਆ। ਹੁਣ ਪ੍ਰਿੰਸ ਐਲਬਰਟ ਨੇ ਬਹੁਤ ਵੱਡੇ ਵੱਡੇ ਜੌਹਰੀ ਲੱਭੇ ਜੋ ਇਸ ਹੀਰੇ ਨੂੰ
ਜੋ ਇਸ ਹੀਰੇ ਦੀ ਚਮਕ ਵਾਪਸ ਲੈ ਆਉਣਗੇ। ਹੁਣ ਹੀਰੇ ਨੂੰ ਦੁਬਾਰਾ ਤਰਾਸ਼ਿਆ ਗਿਆ। ਹੀਰੇ ਦਾ ਵਜ਼ਨ ਹੋਰ ਘਟ ਗਿਆ, 186 ਕੈਰਟ ਦਾ ਸੀ ਹੁਣ, ਤੇ ਹੁਣ ਇਸ ਹੀਰੇ ਦਾ ਭਾਰ ਸਿਰਫ 105.6 ਕੈਰਟ ਰਹਿ ਗਿਆ ਸੀ। ਜਾਣੀ ਕਿ ਇਸ ਵਿੱਚੋਂ 40% ਭਾਰ ਹੋਰ ਘਟਾ ਦਿੱਤਾ ਗਿਆ। ਪਹਿਲਾਂ 793 ਕੈਰਟ ਔਰੰਗਜ਼ੇਬ ਦੇ ਟਾਈਮ, ਉਸ ਤੋਂ ਬਾਅਦ 186 ਕੈਰਟ, ਤੇ ਹੁਣ ਅੰਗਰੇਜ਼ਾਂ ਨੇ ਇਸ ਨੂੰ ਘਟਾ ਕੇ 105 ਕੈਰਟ ਦਾ ਕਰ ਦਿੱਤਾ। ਹੁਣ ਇੱਥੇ ਇੱਕ ਸਵਾਲ ਤੁਹਾਡੇ ਦਿਮਾਗ ਵਿੱਚ ਘੁੰਮਦਾ ਹੋਵੇਗਾ ਕਿ ਇਸ ਹੀਰੇ ਨੇ ਤਾਂ ਸਭ ਨੂੰ ਬਰਬਾਦ ਕੀਤਾ ਤੇ ਸ਼ਾਹੀ ਪਰਿਵਾਰ ਹੁਣ ਤੱਕ ਕਿਵੇਂ ਬਚਿਆ ਹੋਇਆ ਹੈ। ਹੁਣ ਇੱਥੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਇਹ ਹੀਰਾ ਕਿਸੇ ਔਰਤ ਨੂੰ ਪਹਿਨਾਇਆ ਜਾਂਦਾ ਹੈ ਤਾਂ ਉਹ ਪਰਿਵਾਰ ਬਰਬਾਦੀ ਤੋਂ ਬਚ ਜਾਂਦਾ ਹੈ। ਜਦੋਂ ਦਾ ਇਹ ਹੀਰਾ ਇੰਗਲੈਂਡ ਪਹੁੰਚਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ ਰਾਣੀ ਵਿਕਟੋਰੀਆ ਨੇ ਹੀ ਪਹਿਨਾਇਆ ਆਪਣੇ ਸਿਰ ਦੇ ਤਾਜ ਵਿੱਚ। ਹੁਣ ਤੱਕ ਇਸ ਨੂੰ ਰਾਣੀ ਵਿਕਟੋਰੀਆ ਹੀ ਪਹਿਨਦੀ ਸੀ। ਇਸ ਨਾਲ ਇੱਕ ਕਰਸਟ ਜੁੜਿਆ ਹੋਇਆ ਹੈ। ਇਸ ਹੀਰੇ ਦੇ ਨਾਲ ਉਸ ਨੂੰ ਕਹਿੰਦੇ ਹਨ ਕਰਸਟ ਆਫ ਕੋਹਿਨੂਰ ਡਾਇਮੰਡ, ਬੜਾ ਮਸ਼ਹੂਰ ਹੈ। ਮੈਟਕਾਫ ਨੇ ਪੁਰਾਣੇ ਜ਼ਮਾਨਿਆਂ ਵਿੱਚ ਆਪਣੀ ਕਿਤਾਬ ਵਿੱਚ ਲਿਖਿਆ ਸੀ, ਉਹ ਪੂਰੀ ਦੁਨੀਆ 'ਤੇ ਰਾਜ ਕਰੇਗਾ, ਪਰ ਨਾਲ ਹੀ ਉਸ ਨਾਲ ਬਰਬਾਦੀ ਵੀ ਜੁੜ ਜਾਵੇਗੀ। ਇਹ ਸੀਗੀ ਕੋਹਿਨੂਰ ਹੀਰੇ ਬਾਰੇ ਜਾਣਕਾਰੀ। ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ? ਇਹ ਵੀਡੀਓ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ। ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ, ਅਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀ ਮਿਹਨਤ ਨੂੰ ਸਪੋਰਟ ਕਰੋ। ਆਪਣੇ ਬੱਚਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤਾਂ ਜੋ ਆਪਣੇ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ। ਇੱਥੇ ਤੱਕ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ ਕਿ ਤੁਸੀਂ ਸਾਨੂੰ ਇੰਨਾ ਟਾਈਮ ਕੱਢ ਕੇ ਸੁਣਦੇ ਹੋ। ਇਸ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ। ਤੋਂ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਦੇ ਤੁਹਾਡੇ ਨਾਲ। ਤਦ ਤੱਕ ਲਈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ,